हेलो जी एंड सत श्री अकाल साਰਿਆਂ ਨੂੰ। ਅੱਜ ਇੱਕ ਬੜਾ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਜੋ ਪਿਛਲੇ 2 ਹਫ਼ਤਿਆਂ ਦੇ ਵਿੱਚ ਟਾਕ ਆਫ ਦਾ ਟਾਊਨ ਬਣਿਆ ਹੋਇਆ ਹੈਗਾ। ਲੋਕਾਂ ਦੀ ਗੱਲਾਂ ਬਾਤਾਂ 'ਚ ਆ ਗਿਆ ਤੇ ਇਸ ਮਹੀਨੇ ਬੜੇ ਅਨਐਕਸਪੈਕਟਡ ਨੰਬਰ ਦੇਖਣ ਨੂੰ ਮਿਲੇ ਉਹਨਾਂ ਦੀ ਐਪਲੀਕੇਸ਼ਨ ਰਾਈਜ਼ ਹੋਣ ਦੇ। ਉਹਦਾ ਕਾਰਨ ਚਾਹੇ ਕੈਨੇਡਾ ਤੋਂ ਰਿਫਿਊਜ਼ਲ ਆਉਣਾ ਜਾਂ ਕੈਨੇਡਾ ਦੇ ਵਿੱਚ ਜੋ ਅੱਜ ਕੱਲ੍ਹ ਮੁੱਦਾ ਭਖਿਆ ਹੋਇਆ ਹੈਗਾ ਸਪਾਊਸ ਕੇਸ ਨੂੰ ਲੈ ਕੇ, ਉਹ ਤੋਂ ਲੋਕਾਂ ਦਾ ਪਰੇ ਹੋ ਕੇ ਇੱਕ ਫੈਸਲਾ ਲੈਣਾ ਵੀ ਅਸੀਂ ਤੇ ਮੇਰਾ ਸਪਾਊਸ ਇਕੱਠੇ ਜਾਵਾਂਗੇ ਜਿੱਥੇ ਜਾਵਾਂਗੇ। ਜੇ ਸਾਰਾ ਕੁਝ ਜੈਨੂਇਨ ਮੈਰਿਜ ਹੈਗੀ ਹੈ, ਜੈਨੂਇਨ ਰਿਲੇਸ਼ਨਸ਼ਿਪ ਹੈਗਾ ਤਾਂ ਅਸੀਂ ਇਕੱਠੇ ਕਿਉਂ ਨਹੀਂ ਅਪਲਾਈ ਕਰ ਸਕਦੇ। ਇਸ ਮਹੀਨੇ ਜੁਲਾਈ ਦੇ ਮਹੀਨੇ ਵਿੱਚ ਬੜਾ ਅਨਐਕਸਪੈਕਟਡ ਰਾਈਜ਼ ਆਫ ਐਪਲੀਕੇਸ਼ਨਸ ਹੋਇਆ ਯੂਕੇ ਵਾਸਤੇ। ਹੁਣ ਜਿਵੇਂ ਇੱਕ ਨੰਬਰ ਆਫ ਐਪਲੀਕੇਸ਼ਨ ਵਧੇ ਨੇ, ਉਸੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਜਾਂ ਬਹੁਤ ਸਾਰੀ ਸੌਖੀ ਓਪਰਚੁਨਿਟੀਆਂ ਦੀ ਗੱਲਬਾਤ ਹੋਣੀ ਸ਼ੁਰੂ ਹੋ ਗਈ ਹੈ। ਫਿਰ ਦੁਬਾਰਾ ਇੱਕ ਵਾਰ ਵਿਦਆਊਟ ਆਇਲਸ ਆ ਰਿਹਾ ਉੱਪਰ ਜੀ, ਵਿਦਆਊਟ ਆਇਲਸ ਯੂਕੇ ਜਾਣਾ ਹੈ। ਨੰਬਰ ਆਫ ਵਾਕ-ਇਨ ਜਿਹੜੇ ਆਫਿਸਰਸ ਆਉਣਾ ਸ਼ੁਰੂ ਹੋ ਗਿਆ, ਕਿਤੇ ਵਧਣਾ ਸ਼ੁਰੂ ਹੋ ਗਿਆ। ਤਾਂ ਮੈਂ ਸੋਚਿਆ ਇੱਕ ਵਾਰ ਦੁਬਾਰਾ ਰੂਬਰੂ ਹੋ ਕੇ ਉਹਦਾ ਮਿਥ ਤੇ ਰਿਐਲਿਟੀ ਦੇ ਜਿਹੜੇ ਫਰਕ ਹੈ ਉਹਨੂੰ ਤੁਹਾਡੇ ਨਾਲ ਸਾਂਝੇ ਕਰ ਲਈਏ, ਤਾਂ ਕਿ ਆਪਣਾ ਟਾਈਮ ਤੇ ਪੈਸਾ ਕਿਸੇ ਐਸੀ ਜਗ੍ਹਾ ਨਾ ਫਸਾ ਬੈਠੇ ਹੋ ਜਿੱਥੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੀ ਨਹੀਂ ਹੁੰਦੀ। ਤਾਂ ਅੱਜ ਯੂਕੇ ਦੇ ਕੁਝ ਪ੍ਰੋਫਾਈਲਾਂ ਡਿਸਕਸ ਕਰਾਂਗੇ ਤੇ ਆਉਣ ਵਾਲੇ ਇਨਟੇਕ ਦੇ ਵਿੱਚ ਕੀ ਸੈਪਟੈਂਬਰ ਪੋਸੀਬਲ ਹੈ ਔਰ ਜਨਵਰੀ ਦੀ ਹੀ ਤਿਆਰੀ ਕਰਨੀ ਪੈਣੀ ਹੈ ਹੁਣ ਫॉर द ਅਪਕਮਿੰਗ ਇਨਟੇਕ। ਇਹਦੇ ਬਾਰੇ ਕੁਝ ਜਾਣਕਾਰੀ। ਤਾਂ ਸਭ ਤੋਂ ਪਹਿਲਾਂ ਤਾਂ ਕੁਝ ਸਕਸੈਸ ਪ੍ਰੋਫਾਈਲਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਉਹ ਸਾਂਝੀਆਂ ਕਰਨਾ ਚਾਹਾਂਗਾ। ਫॉर एग्जांपल ਆ ਜਿਹੜੇ ਕੋਲ ਮੇਰੀ ਪ੍ਰੋਫਾਈਲ ਹੈਗੀ ਹੈ, ਇਸ ਬੱਚੇ ਨੇ ਆਪਣੀ ਜਿਹੜੀ ਇੱਥੋਂ ਕੋਰਸ ਕਰਨ ਜਾ ਰਿਹਾ ਸੀ, ਦੈਟ ਇਜ਼ MSc ਬਾਇਓਮੈਡੀਕਲ ਲੈਬੋਰਟਰੀ ਸਾਇੰਸ। ਇੰਡੀਆ ਤੋਂ ਉਹਨੇ MSc ਮਾਈਕਰੋਬਾਇਓਲੋਜੀ ਕੀਤੀ ਹੋਈ ਹੈ 2017 ਦੇ ਵਿੱਚ ਤੇ ਆਇਲਸ ਕੀਤਾ ਹੋਇਆ ਹੈਗਾ। ਸ਼ਫੀਲਡ ਹਾਲਮ ਯੂਨੀਵਰਸਿਟੀ ਜਾਂਦੇ ਪਏ ਆ ਫॉर ਡਬਲ ਮਾਸਟਰਸ। ਹੁਣ ਬਹੁਤ ਸਾਰੇ ਬੱਚੇ ਸਾਡੇ ਕੋਲ ਆ ਕੇ ਕਹਿੰਦੇ ਨੇ ਇੱਕ ਵਾਰ ਆਲਰੇਡੀ ਮਾਸਟਰਸ ਕੀਤੀ ਹੋਈ ਹੈ, ਦੁਬਾਰਾ ਮਾਸਟਰਸ ਵਿੱਚ ਵੀਜ਼ਾ ਨਹੀਂ ਲੱਗਣਾ ਹੈਗਾ। ਇਹਨੂੰ ਨਾ ਇੱਕ ਬੜਾ ਸਿੰਪਲ ਜਿਹਾ ਡਿਫਰੈਂਸ਼ੀਏਸ਼ਨ ਦਿਮਾਗ 'ਚ ਲਾ ਕੇ ਚੱਲਣਾ। ਤੁਹਾਡੀ ਇੰਟੈਂਸ਼ਨ ਕੀ ਹੈ, ਤੁਹਾਡੇ ਦਿਮਾਗ 'ਚ ਹੈ, ਤੁਹਾਡੇ ਬੈਕਗਰਾਊਂਡ ਦੇ ਵਿੱਚ ਹੈ, ਤੁਹਾਡੇ ਕੋਲ ਉੱਥੇ ਪਹੁੰਚ ਕੇ ਕੀ ਕਰਨਾ ਚਾਹ ਰਹੇ ਹੋ, ਰਿਸ਼ਤੇਦਾਰਾਂ ਨੇ ਕੀ ਰਾਹ ਦਿਖਾਣਾ ਜਾਂ ਤੁਹਾਡੀ ਪਲੈਨਿੰਗ ਤੁਹਾਡੇ ਯਾਰਾਂ ਦੋਸਤਾਂ ਦੇ ਨਾਲ ਮਿਲ ਕੇ ਕੀ ਹੈਗੀ ਹੈ, ਉਹ ਸਭ ਨੂੰ ਇੱਕ ਪਾਸੇ ਸਾਈਡ ਤੇ ਰੱਖੋ ਤੇ ਲੌਜੀਕਲੀ ਸੋਚੋ ਕਿ ਤੁਹਾਨੂੰ ਅੱਜ ਇੰਡੀਆ ਦੇ ਵਿੱਚ ਫਰਦਰ ਪੜ੍ਹਾਈ ਕਰਨ ਤੋਂ ਕੋਈ ਰੋਕ ਸਕਦਾ ਹੈ। ਤੁਸੀਂ ਜਿੰਨੀ ਮਰਜ਼ੀ ਮਾਸਟਰਸ ਡਿਗਰੀ ਇਕੱਠੀ ਕਰ ਲਓ, ਤੁਸੀਂ ਜਿੰਨੀ ਮਰਜ਼ੀ PhD ਡਬਲ PhD ਹੋ ਸਕਦੇ ਹੋ, ਤੁਹਾਨੂੰ ਕੋਈ ਨਹੀਂ ਰੋਕੇਗਾ ਜੇ ਤੁਸੀਂ ਪੜ੍ਹਾਈ ਕਰਨੀ ਹੈ। ਜੇ ਤੁਹਾਡੇ ਕੋਲ ਲੌਜੀਕਲ ਰੀਜ਼ਨ ਹੈਗੇ ਅੱਗੇ ਪੜ੍ਹਨ ਦੇ ਐਂਡ ਵੀਜ਼ਾ ਆਫਿਸਰ ਉਸ 'ਤੇ ਕਨਵਿੰਸ ਹੁੰਦਾ, ਤੁਸੀਂ ਇੱਥੇ MBA ਕੀਤੀ ਹੈ, ਮਾਸਟਰਸ ਕੀਤੀ ਹੋਈ ਅੱਗੇ, ਤੇ ਜਿਹੜਾ ਅਗਲਾ ਕੋਰਸ ਕਰਨ ਚੱਲੇ ਹੋ ਤੁਹਾਡੀ ਪੂਰੀ ਪ੍ਰੋਫਾਈਲ ਦੇ ਵਿੱਚ ਵਾਧਾ ਦਿੰਦਾ। ਉਹ ਕਹਿੰਦੇ ਨਾ ਇਨਵੈਸਟਮੈਂਟ ਉੱਥੇ ਕਰਨੀ ਚਾਹੀਦੀ ਹੈ ਜਿੱਥੇ ਤੁਹਾਡੇ ਇਨਵੈਸਟਮੈਂਟ ਕੀਤੇ ਪੈਸਿਆਂ ਤੇ ਟਾਈਮ ਨੂੰ ਵਾਧਾ ਮਿਲੇ। ਉਹ ਲੌਜੀਕਲ ਇਨਵੈਸਟਮੈਂਟ ਹੈ। ਇੱਕ ਇਲੌਜੀਕਲ ਇਨਵੈਸਟਮੈਂਟ ਹੁੰਦੀ ਹੈ ਵੀ ਕੋਈ ਵੀ ਕੋਰਸ ਲਾ ਦਿਓ, ਕਿਸਮਤ ਹੋਊ ਤਾਂ ਦੇਖੀ ਜਾਊਗੀ, ਪਹੁੰਚ ਜਾਗੇ, ਨਹੀਂ ਤਾਂ ਇੱਥੇ ਦਾ ਬੈਠੇ ਹੀ ਹੈ। ਇਹ ਇਲੌਜੀਕਲ ਇਨਵੈਸਟਮੈਂਟ ਹੁੰਦੀ ਹੈ। ਤਾਂ ਯੂਕੇ ਦੇ ਵਿੱਚ ਈਵਨ ਇਫ ਤੁਸੀਂ ਮਾਸਟਰਸ ਕੀਤੀ ਹੋਈ ਹੈ, ਇੱਥੇ ਤੁਸੀਂ ਆਪਣੇ ਫਰਦਰ ਮਾਸਟਰਸ ਵਾਸਤੇ ਦੁਬਾਰਾ ਜਾਣਾ ਚਾਹੁੰਦੇ ਹੋ, ਡੈਫੀਨੇਟਲੀ ਅਪਲਾਈ ਕਰ ਸਕਦੇ ਹੋ ਫॉर द ਅਪਕਮਿੰਗ ਇਨਟੇਕ ਜਨਵਰੀ ਵਾਲਾ ਨੰਬਰ 1 ਐਂਡ ਸੈਪਟੈਂਬਰ 'ਚ ਬੜੀ ਸਿਲੈਕਟਿਵ ਯੂਨੀਵਰਸਿਟੀਜ਼ ਓਪਨ ਹੈ ਜਿਨ੍ਹਾਂ ਦੇ ਨਾਮ ਮੈਂ ਐਂਡ 'ਚ ਆਫ ਦਾ ਸ਼ੋਅ 'ਚ ਦੇਵਾਂਗਾ। ਹੁਣ ਇਹ ਧਿਆਨ ਰੱਖਣਾ ਜ਼ਰੂਰੀ ਹੈ ਜੇ ਤੁਸੀਂ ਮਾਸਟਰਸ ਕੀਤੀ ਹੋਈ ਹੈ ਤੇ ਦੁਬਾਰਾ ਮਾਸਟਰਸ ਕਰਨ ਚੱਲੇ ਹੋ, ਤੁਹਾਡਾ ਜਿਹੜਾ ਪਰਸੈਂਟੇਜ ਦਾ ਐਲੀਜੀਬਿਲਿਟੀ ਹੈਗਾ ਉਹ ਚੈੱਕ ਹੋਣਾ ਹੈਗਾ ਤੁਹਾਡੇ ਬੈਚਲਰਸ ਦਾ ਹੀ। ਬੈਚਲਰ ਦੇ ਪਰਸੈਂਟੇਜ ਜੇ ਘੱਟ ਹੈਗੇ ਨੇ ਪਲੱਸ ਮਾਸਟਰਸ ਦੇ ਵਿੱਚ ਤੁਹਾਡੇ ਕੋਲ 70% ਨੇ, ਮਾਸਟਰਸ ਦੇ ਪਰਸੈਂਟੇਜ ਤੁਹਾਡੇ ਬੈਚਲਰ ਦੇ ਘੱਟ ਪਰਸੈਂਟੇਜ ਨੂੰ ਓਵਰਲੁੱਕ ਨਹੀਂ ਕਰ ਸਕਦਾ, ਕਿਉਂਕਿ ਇੱਕ ਬੜਾ ਲੌਜੀਕਲ ਜਿਹਾ ਚੀਜ਼ ਹੈ। ਅੱਜ ਤੁਸੀਂ ਮਾਸਟਰਸ ਕਰਨ ਚੱਲੇ ਹੋ, ਉਹਦਾ ਜਿਹੜਾ ਬੈਕਗਰਾਊਂਡ ਆ ਉਹ ਬੈਚਲਰ ਹੀ ਹੋ ਸਕਦਾ ਹੈਗਾ, ਮਾਸਟਰਸ ਨਹੀਂ ਹੋ ਸਕਦਾ। ਤਾਂ ਉਹਨੂੰ ਲੈ ਕੇ ਚੱਲੋਗੇ, ਤੁਸੀਂ ਘਰੇ ਬੈਠੇ ਆਪਣੀ ਅਸੈਸਮੈਂਟ ਕਰ ਸਕਦੇ ਹੋ ਕਿ ਤੁਸੀਂ ਅੱਜ ਐਲੀਜੀਬਲ ਹੈਗੇ ਹੋ ਕਿ ਨਹੀਂ ਹੈਗੇ ਹੋ। ਯੂਕੇ 'ਚ ਮਾਸਟਰਸ ਕਰਨ ਵਾਸਤੇ ਤੁਹਾਨੂੰ ਬੈਚਲਰਸ ਦੇ ਵਿੱਚ 50% ਮਾਰਕਸ ਚਾਹੀਦੇ ਨੇ ਘੱਟੋ ਘੱਟ। ਜੇ 50% ਤੋਂ ਘੱਟ ਮਾਰਕਸ ਹੁੰਦੇ ਨੇ ਅਪ ਟਿਲ 45%, ਉੱਥੇ ਇੱਕ ਪ੍ਰੀ ਮਾਸਟਰਸ ਦਾ ਕੁਆਲੀਫਿਕੇਸ਼ਨ ਬਣਿਆ ਹੋਇਆ ਜਿਹਦੇ ਵਿੱਚ ਤੁਸੀਂ 4 ਤੋਂ 6 ਮਹੀਨੇ ਫਾਊਂਡੇਸ਼ਨ ਲਾ ਲਓ ਉਹਨੂੰ ਦਿਮਾਗ ਦੇ ਵਿੱਚ, ਜਾਂ ਇੱਕ ਆਪਣੇ ਕੁਝ ਸਬਜੈਕਟਸ ਨੂੰ ਅਪਲਿਫਟ ਕਰਦੇ ਨੇ, ਉਸ ਤੋਂ ਬਾਅਦ ਤੁਹਾਨੂੰ ਮਾਸਟਰਸ ਡਿਗਰੀ ਆਫਰ ਹੁੰਦੀ ਹੈ ਤਾਂ ਕਿ ਤੁਸੀਂ ਉਸ ਪੜ੍ਹਾਈ ਦੇ ਕਾਬਲ ਬਣ ਸਕੋ ਜਾਂ ਉਹਨੂੰ ਫੋਲੋ ਕਰ ਸਕੋ। ਉਹਨਾਂ ਦੀ ਦੁਨੀਆ ਦੇ ਵਿੱਚ, ਯੂਨੀਵਰਸਿਟੀ ਤੇ ਅੰਬੈਸੀ ਦੀ ਦੁਨੀਆ ਦੇ ਵਿੱਚ ਸਿਰਫ ਇੱਕੋ ਚੀਜ਼ ਹੈ, ਤੁਸੀਂ ਉੱਥੇ ਪੜ੍ਹਨ ਜਾਂਦੇ ਪਏ ਹੋ, ਪੜ੍ਹਨ ਤੇ ਇਨਵੈਸਟਮੈਂਟ ਕਰਦੇ ਪਏ ਹੋ 15-15 ਲੱਖ ਦੀ, ਤੇ ਉਹ ਲੌਜੀਕਲ ਇਨਵੈਸਟਮੈਂਟ ਹੋਣੀ ਚਾਹੀਦੀ ਹੈ। ਵੈਰ ਕੁਝ ਸਟੂਡੈਂਟ ਕਹਿੰਦੇ ਨੇ ਨੰਬਰ ਮੇਰੇ ਹੈਗੇ 45-46%, ਮਾਸਟਰਸ ਡਿਗਰੀ 'ਚ ਐਡਮਿਸ਼ਨ ਲੈਣਾ। ਮੈਂ ਬੜਾ ਸਿੰਪਲ ਜਿਹਾ ਸਵਾਲ ਪੁੱਛਦਾ, ਭਲੇ ਮਾਨਸੋ ਇੱਥੇ ਇੰਡੀਆ 'ਚ ਐਡਮਿਸ਼ਨ ਲੈਣ ਜਾਓਗੇ, ਕਿਹੜੀ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਦੇ ਦੇਗੀ? ਕੀ ਆਪਾਂ ਫੋਰਨ ਦੀ ਐਡਮਿਸ਼ਨ ਜਿਹੜੀ ਪ੍ਰੋਸੀਜਰ ਹੈ ਉਹਨੂੰ ਐਵੇਂ ਸਮਝਿਆ ਹੋਇਆ, ਜਾਂ ਮੈਂ ਆਇਲਸ ਕਰ ਲਿਆ ਤੇ ਮੈਂ ਗ੍ਰੈਜੂਏਸ਼ਨ 45-47% ਨੰਬਰ ਨੇ ਮੈਂ ਕਿਤੇ ਵੀ ਜਾ ਸਕਦਾ? ਇਹੋ ਜਿਹੇ ਬੱਚੇ ਹੀ ਹੁੰਦੇ ਨੇ, ਇਹੋ ਜਿਹੇ ਕਲਾਇੰਟ ਹੀ ਹੁੰਦੇ ਨੇ, ਇਹੋ ਜਿਹੇ ਹੀ ਸਟੂਡੈਂਟ ਹੁੰਦੇ ਨੇ ਜੋ ਕਿਤੇ ਨਾ ਕਿਤੇ ਜਾ ਕੇ ਆਪਣਾ ਪੈਸਾ ਫਸਾ ਆਉਂਦੇ ਨੇ,
ਚਾਹੇ ਉਹ ਪ੍ਰੋਸੈਸਿੰਗ ਫੀਸਾਂ ਦੇ ਨਾਂ ਤੇ ਹੈ, ਚਾਹੇ ਕਿਸੇ ਵੀ ਪ੍ਰੋਸੀਜਰ ਦੇ ਨਾਂ ਤੇ ਹੈਗਾ। ਤਾਂ ਇੱਕ ਨਾ ਵਰਡ ਹੈਗਾ ਪਾਵਰ ਆਫ ਐਕਸੈਪਟੈਂਸ। ਜੇ ਅੱਜ ਮੈਨੂੰ ਆਪਣੀ ਪ੍ਰੋਫਾਈਲ ਦੀ ਐਕਸੈਪਟੈਂਸ ਹੈਗੀ ਹੈ, ਮੈਂ ਕਿਸ ਜੋਗਾ ਹੈਗਾ, ਮੈਂ ਕਿਹੜੀ ਕੰਟਰੀ 'ਚ ਕਿਹੜਾ ਕੋਰਸ ਕਰ ਸਕਦਾ ਹੈਗਾ, ਉਹਨੂੰ ਸਮਝ ਕੇ ਜਾਣ ਕੇ ਹੀ ਆਪਣਾ ਪੈਸਾ ਕਿਤੇ ਲਾਓ, ਨਹੀਂ ਤਾਂ ਇੰਡੀਆ 'ਚ ਵੀ ਮਾੜੇ ਨਹੀਂ ਹੈਗੇ। ਜੇ ਅੱਜ ਤੁਸੀਂ ਇੱਥੇ ਕੋਈ 45% ਨੰਬਰ ਲੈ ਕੇ ਕੋਈ ਮਾਰਕੀਟਿੰਗ ਦੀ ਜੌਬ ਕਰਦੇ ਪਏ ਹੋ, ਕਿਤੇ ਨਾ ਕਿਤੇ ਪੈਸੇ ਆਉਂਦੇ ਹੀ ਪਏ ਨਾ, ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈਗੀ। ਤਾਂ ਇਨਵੈਸਟ ਯੋਰ ਮਨੀ ਵੇਅਰ ਦਾ ਫਿਊਚਰ ਔਰ ਓਪਰਚੁਨਿਟੀ ਇਜ਼ ਰਾਦਰ ਪੁਟਿੰਗ ਦੈਟ ਇਨ ਸਮਬਡੀ ਐਲਸ ਪੋਕਟ। ਬੜਾ ਸਿੰਪਲ ਜਿਹਾ ਫਾਰਮੂਲਾ ਧਿਆਨ ਰੱਖੋ। ਅਗਲੀ ਪ੍ਰੋਫਾਈਲ ਜਿਹੜੀ ਹੈਗੀ ਹੈ, ਇਹ ਹੈਗੀ ਹੈ ਉਸ ਬੱਚੇ ਦੀ ਜਿਹੜੀ MSc ਇੰਟਰਨੈਸ਼ਨਲ ਮੈਨੇਜਮੈਂਟ ਕਰਨ ਜਾ ਰਹੇ ਨੇ ਇਨ ਮੈਨਚੈਸਟਰ ਦੇ ਵਿੱਚ। ਇਹਨਾਂ ਦੀ BA ਜਿਹੜੀ ਹੈ ਉਹ 2014 ਦੀ ਹੈ। ਅਗੇਨ ਜਿਹੜੇ ਗੈਪ ਨੂੰ ਲੈ ਕੇ ਸਵਾਲ ਆਉਂਦੇ ਨੇ, ਗੈਪ ਕਿੰਨੇ ਸਾਲ ਦਾ ਐਕਸੈਪਟੇਬਲ ਹੈ। UK ਦੇ ਵਿੱਚ ਮਾਸਟਰਸ ਕੋਰਸ ਦਾ ਅਗੇਨ ਲੌਜੀਕਲ ਰੀਜ਼ਨ ਹੈਗਾ, ਉਹ ਕਹਿੰਦੇ ਆ ਬੈਚਲਰ ਤੋਂ ਬਾਅਦ ਤੁਹਾਡੇ ਕੋਲ 5 ਸਾਲ ਦਾ ਗੈਪ ਹੈ, 7 ਸਾਲ ਦਾ ਗੈਪ ਹੈ, ਤੇ ਤੁਸੀਂ ਉਸ ਗੈਪ ਦੇ ਵਿੱਚ ਆਪਣੀ ਕਿਤੇ ਨਾ ਕਿਤੇ ਜੌਬ ਕੀਤੀ ਹੈ, ਕੋਈ ਸਕਿੱਲ ਸਿੱਖਿਆ ਹੈ। ਅੱਜ ਤੁਸੀਂ ਮਾਸਟਰਸ ਅੱਗੇ ਕਰਨਾ ਚਾਹੁੰਦੇ ਹੋ ਤੇ ਉਹ ਸਕਿੱਲ ਜਿਹੜਾ ਸਿੱਖਿਆ ਉਹਨੂੰ ਇਨਕੋਰਪੋਰੇਟ ਕਰੋਗੇ ਆਪਣੀ ਪੜ੍ਹਾਈ ਦੇ ਨਾਲ, ਤਾਂ ਕਿ ਵਾਪਸ ਆ ਕੇ ਤੁਸੀਂ ਅਜਾ ਵਰਕਫੋਰਸ ਜੁਆਇਨ ਕਰੋ, ਅੱਜ ਕਰੰਟ ਸੈਲਰੀ ਪੈਕੇਜ ਤੋਂ 2 ਗੁਣਾ 3 ਗੁਣਾ ਹੋਏ, ਤਾਂ ਹੀ ਉਹ ਇਨਵੈਸਟਮੈਂਟ ਦਾ ਫਾਇਦਾ ਪੈਂਦਾ। ਤਾਂ ਜਿਹੜਾ ਬੱਚੇ ਨੇ ਗ੍ਰੈਜੂਏਸ਼ਨ ਆ ਤੋਂ 5 7 8 ਸਾਲ ਪਹਿਲਾਂ ਕੀਤੀ ਹੈ, ਆਇਲਸ ਹੈਗਾ 6, ਕੋਈ 5.5 ਤੋਂ ਘੱਟ ਨਹੀਂ, ਉਹ ਵੀ UK ਅਪਲਾਈ ਕਰ ਸਕਦੇ ਕਮਿੰਗ ਇਨਟੇਕ ਵਾਸਤੇ। ਹੁਣ ਥਰਡ ਪ੍ਰੋਫਾਈਲ ਜਿਹੜੀ ਹੈਗੀ ਹੈ, ਅਗੇਨ ਉਹ ਵੀ BA 2014 ਪਾਸ ਆਊਟ ਹੈ। ਓਨਲੀ ਡਿਫਰੈਂਸ ਇਜ਼ ਇਹ ਲੀਡਸ ਵਿੱਚ ਜਾਂਦੇ ਪਏ ਨੇ ਫॉर द ਮਾਸਟਰਸ ਪ੍ਰੋਗਰਾਮ ਇਨ ਇੰਟਰਨੈਸ਼ਨਲ ਮੈਨੇਜਮੈਂਟ। ਹੁਣ ਤਿੰਨਾਂ ਵਿੱਚ ਨਾ ਇੱਕ ਕਾਮਨ ਚੀਜ਼ ਹੈਗੀ ਹੈ। ਕਾਮਨ ਚੀਜ਼ ਕੀ ਹੈ? ਇਹ ਸਾਰੇ ਵੀਜ਼ੇ ਵਿਦਆਊਟ ਇੰਟਰਵਿਊ ਆਏ ਨੇ। ਹੁਣ ਉਹ ਕਿਉਂ ਆਏ ਨੇ? ਸਾਡੇ ਇਸੇ ਪਲੇਟਫਾਰਮ ਤੋਂ, ਇਸੇ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਅਸੀਂ ਪਹਿਲਾਂ ਬਹੁਤ ਵਾਰ ਕਹਿ ਚੁੱਕੇ ਹਾਂ, ਮੈਂ ਤੇ ਗੁਰਿੰਦਰ ਭਾਜੀ, ਦੈਟ ਜਿਹੜਾ ਵੀ ਤੁਸੀਂ ਕੋਰਸ ਲਓਗੇ, ਜੇ ਉਹ ਟੈਕਨੀਕਲ ਹੋਏਗਾ, ਤੁਹਾਡੇ ਪ੍ਰੋਫਾਈਲ ਨੂੰ ਸਪੋਰਟ ਕਰੇਗਾ, ਜੈਨਰਿਕ ਨਹੀਂ ਹੋਏਗਾ, ਉਹਨੇ ਘੱਟ ਚਾਂਸ ਬਣਨਗੇ ਤੁਹਾਡੇ ਇੰਟਰਵਿਊ ਦੇ, ਕਿਉਂਕਿ ਵੀਜ਼ਾ ਆਫਿਸਰ ਕਨਵਿੰਸ ਹੈ ਕਿਤੇ ਨਾ ਕਿਤੇ ਤੁਹਾਡੇ ਸਿਲੈਕਸ਼ਨ ਆਫ ਕੋਰਸ ਤੋਂ ਜਿਹੜੀ ਇਹਦੀ ਪ੍ਰੋਫਾਈਲ ਹੈ ਉਹਦੇ ਵਿੱਚ ਵਾਧਾ ਪਾ ਨਹੀਂ ਚੱਲਿਆ, ਨਾ ਕਿ ਰਾਦਰ ਕੁਝ ਨਹੀਂ ਹੋ ਰਿਹਾ ਤਾਂ MBA ਕਰ ਲਓ, ਕੁਝ ਨਹੀਂ ਹੋ ਰਿਹਾ ਤਾਂ ਨਾ ਪ੍ਰੋਜੈਕਟ ਮੈਨੇਜਮੈਂਟ ਕਰ ਲਓ। ਕਈ ਇਹੋ ਜਿਹੇ ਵੀ ਕੇਸਿਸ ਦੇਖੇ ਆ ਮੈਂ, ਜਸਟ ਫॉर द ਹੈਕ ਆਫ ਇਟ ਹੀ ਕੋਰਸ ਦਿੱਤੇ ਹੋਏ ਆ। ਕੋਈ ਗੱਲ ਨਹੀਂ, ਕੋਰਸ ਹੀ ਦੇਣਾ ਨਾ, ਉਹ ਕੈਸ਼ ਤਾਂ ਆ ਹੀ ਜਾਊਗਾ, ਐਡਮਿਸ਼ਨ ਤਾਂ ਹੋ ਹੀ ਜਾਣੀ ਹੈ। UK ਯੂਨੀਵਰਸਿਟੀ ਦਾ ਬੜਾ ਸਿੰਪਲ ਜਿਹਾ ਅਸੂਲ ਹੈ, ਤੁਹਾਡਾ ਪਰਸੈਂਟੇਜ 2:2 ਦੈਟ ਇਜ਼ 50% ਔਰ 55% ਅਬਵ ਹੈ, ਤੁਹਾਨੂੰ ਐਡਮਿਸ਼ਨ ਮਿਲਣਾ ਸ਼ੁਰੂ ਹੋ ਜਾਏਗਾ। ਆਜ ਤੁਹਾਡੇ ਕੋਲ 6 ਬੈਂਡ ਹੈ, ਕੋਈ 5.5 ਤੋਂ ਘੱਟ ਨਹੀਂ ਹੈ, ਤੁਹਾਨੂੰ ਐਡਮਿਸ਼ਨ ਆ ਜਾਏਗਾ ਇਰਰਿਸਪੈਕਟਿਵ ਦਾ ਬੈਕਗਰਾਉਂਡ। UK ਯੂਨੀਵਰਸਿਟੀਜ਼ ਨੇ ਉਸੇ ਕਰਕੇ ਹੀ ਇੰਟਰਵਿਊ ਸ਼ੁਰੂ ਕੀਤਾ ਸੀ ਚਰਨ ਪਿਛਲੇ ਸਾਲ, ਦੈਟ ਜਿਹੜਾ ਬੱਚਾ ਆ ਰਿਹਾ ਉਹ ਕਦੇ ਐਵੇਂ ਤਾਂ ਨਹੀਂ ਐਪਲੀਕੇਸ਼ਨ ਅਪਲਾਈ ਕਰਕੇ ਆ ਰਿਹਾ, ਉਹਨੂੰ ਪਤਾ ਕਿਤੇ ਨਾ ਕਿਤੇ ਕੀ ਪੜ੍ਹਨ ਚੱਲਣਾ ਤੇ ਫਿਊਚਰ ਦੇ ਪਲਾਨ ਕੀ ਹੈ। UK ਨੇ ਇਸ ਹਫਤੇ, ਮੈਂ ਇਸ ਹਫਤੇ ਹੀ ਕਹਾਂਗਾ, ਜਿਹੜਾ ਪਲਾਨ ਰੋਲ ਆਊਟ ਕੀਤਾ ਹੈਗਾ ਗ੍ਰੈਜੂਏਟ ਵਰਕ ਰਾਊਟ ਜਿਹੜਾ ਹੈਗਾ, ਜਿਹਨੂੰ ਆਪਾਂ PSW ਕਹਿੰਦੇ ਆਪਣੀ ਲੋਕਲ ਭਾਸ਼ਾ ਦੇ ਵਿੱਚ। ਉਹਨਾਂ ਦਾ ਲੈਣ ਦਾ ਬੜਾ ਸਿੰਪਲ ਜਿਹਾ ਉਹਨਾਂ ਨੇ ਬਣਾਤਾ ਫਾਰਮੂਲਾ, ਦੈਟ ਤੁਸੀਂ ਉੱਥੇ ਪੜ੍ਹਾਈ ਤੋਂ ਬਾਅਦ ਜਿੱਦਣ ਤੁਹਾਡੀ ਡਿਗਰੀ ਦਾ ਰਿਜ਼ਲਟ ਆ ਗਿਆ, ਮਾਰਕਸ਼ੀਟ ਨਹੀਂ ਆਈ, ਰਿਜ਼ਲਟ ਆ ਗਿਆ, ਤੁਸੀਂ ਉੱਦਾਂ ਹੀ 700 ਪਾਉਂਡ ਦੀ ਆਪਣੀ ਐਪਲੀਕੇਸ਼ਨ ਫੀਸ ਲਾਣੀ ਹੈ ਤੇ IHS ਦੇ 643 ਪਾਉਂਡ ਪਰ ਐਨਮ ਦੇ ਭਰਨੇ ਨੇ, ਤੇ ਤੁਹਾਡਾ 2 ਸਾਲ ਦਾ ਵਰਕ ਪਰਮਿਟ ਲੱਗ ਕੇ ਤੁਹਾਡੇ ਘਰੇ ਆਊਗਾ। ਉਸ ਤੋਂ ਬਾਅਦ ਉਹ ਜਿਹੜਾ ਰਾਊਟ ਹੈਗਾ ਤੁਹਾਡਾ ਪੋਸਟ ਸਟੱਡੀ ਵਰਕ ਵੀਜ਼ਾ ਦਾ, ਉਹ ਤੁਹਾਨੂੰ ਕੁਆਲੀਫਾਈ ਕਰਾਉਂਦਾ ਹੈਗਾ ਸਕਿਲਡ ਵਰਕਰ ਰਾਊਟ ਨਾਲ, Tier 2 ਦੇ ਨਾਲ, ਜਿਹਦੇ ਵਿੱਚ ਕਿ ਆਪਣੇ ਪੈਰਾਮੀਟਰ ਨੇ, ਜਿਸ ਤੋਂ ਬਾਅਦ ਕਿਤੇ ਨਾ ਕਿਤੇ ਸੈਟਲਮੈਂਟ ਦੇ ਚਾਂਸਸ ਬਣਦੇ ਨੇ। ਤਾਂ UK ਨੇ ਕਲੀਅਰ ਕਰਤਾ that they are willing to offer permanent residency to eligible students or clients or candidates। ਹੁਣ eligible ਬਣਨਾ ਤੁਹਾਡਾ ਕੰਮ ਹੈ। ਜੇ ਮੈਂ ਐਜੂਕੇਸ਼ਨ ਨੂੰ ਐਜੂਕੇਸ਼ਨ ਲਈ ਤੇ ਐਜੂਕੇਸ਼ਨ ਹੀ ਤਰ੍ਹਾਂ ਤੋਂ ਮੈਂ ਵਰਤੂੰਗਾ ਆਪਣੇ ਦਿਮਾਗ ਦੇ ਵਿੱਚ, ਫਿਰ ਹੀ ਮੈਂ ਉਸ ਕਾਬਲ ਬਣ ਪਾਊਂਗਾ। ਹਜੇ ਵੀ ਕਈ ਲੋਕਾਂ ਦੇ ਵਿੱਚ UK ਦਾ ਪੁਰਾਣਾ ਸੀਨ ਬੈਠਿਆ ਹੋਇਆ ਵੀ ਸਿਰਫ ਪਹੁੰਚ ਕਰਾ ਦਿਓ ਤੇ ਫਿਰ ਦੇਖ ਲਾਂਗੇ। UK ਉਸ ਤਰ੍ਹਾਂ ਨਹੀਂ ਚੱਲਣਾ। ਹੁਣ UK ਉਸ ਤਰ੍ਹਾਂ ਬਿਲਕੁਲ ਨਹੀਂ ਚੱਲਣਾ, ਕਿਉਂਕਿ UK ਨੂੰ ਸਮਝ ਆ ਗਿਆ ਦੈਟ ਐਜੂਕੇਸ਼ਨ ਇੱਕ ਬਹੁਤ ਵੱਡਾ ਬਿਜ਼ਨਸ ਤੇ ਕਾਰੋਬਾਰ ਹੈ, ਜਿਹਨੂੰ ਕੰਟਰੋਲ ਰੱਖਣਾ ਬੜਾ ਜ਼ਰੂਰੀ ਹੈ। ਕਿਉਂਕਿ ਬੱਚਾ ਉੱਥੇ ਆ ਰਿਹਾ ਤੁਹਾਡੇ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਦੇਣ ਦੀ, ਵਰਕ ਪਰਮਿਟ ਤੋਂ ਬਾਅਦ ਸਕਿਲਡ ਵਰਕਰ ਵੀਜ਼ਾ, ਸਕਿਲਡ ਵਰਕਰ ਵੀਜ਼ਾ ਤੋਂ ਅੱਗੇ PR ਦੇ ਰਾਹ ਜਿਹੜੇ ਖੁੱਲ੍ਹਦੇ ਨੇ 5 ਸਾਲ ਤੋਂ ਬਾਅਦ। ਹੁਣ ਉਹਨਾਂ ਨੇ ਡਿਫਾਈਨ ਤਾਂ ਕਰਦੀ ਨਾ ਫਨਲ ਆਪਣੀ, ਹੁਣ ਉਹ ਰੂਲ ਨੂੰ ਟਿਕਾ ਕੇ ਫੋਲੋ ਕਰਨਾ ਐਜ਼ ਅ ਸਟੂਡੈਂਟ ਦਾ ਆਪਣਾ ਕੰਮ ਹੈ। ਅਗੇਨ UK ਦੀ ਓਪਰਚੁਨਿਟੀ ਹਜੇ ਸ਼ੁਰੂ ਹੋਈ ਹੈ, ਆਉਣ ਵਾਲੇ ਕਈ ਸਾਲਾਂ ਦੇ ਵਿੱਚ ਦਿਖਦੀ ਪਈ ਹੈ, ਇਹ ਚੜ੍ਹਦੀ ਕਲਾਂ ਤੇ ਜਾਏਗੀ ਤੇ ਉੱਤੇ ਜਾਏਗੀ। ਓਨਲੀ ਥਿੰਗ ਇਜ਼, ਜੇ ਐਜ਼ ਅ ਸਟੂਡੈਂਟ ਮੈਂ ਆਪਣੀ ਸ਼ਰਤਾਂ ਦਾ, ਆਪਣੇ ਵੀਜ਼ੇ ਦੀ ਸ਼ਰਤਾਂ ਦਾ ਮਾਨ ਰੱਖਾਂਗਾ, ਮੇਰਾ ਆਹ ਪਾਥ ਜਿਹੜਾ ਹੈ PR ਦਾ ਕੋਈ ਨਹੀਂ ਹਟਾ ਸਕਦਾ। ਤਾਂ ਵਾਪਸ UK ਤੇ ਆਉਂਦੇ ਹਾਂ। ਜਿਹੜਾ ਅਗਲਾ ਇਨਟੇਕ ਹੈ, ਤੁਹਾਡੇ ਕੋਲ 28 ਦਿਨ ਪੁਰਾਣੇ ਫੰਡ ਰੈਡੀ ਨੇ ਆਪਣੇ। ESS ਗਲੋਬਲ 1 ਹਫ਼ਤਾ ਹੋਰ ਐਪਲੀਕੇਸ਼ਨਾਂ ਐਕਸੈਪਟ ਕਰੇਗਾ। ਉਸ ਤੋਂ ਬਾਅਦ ਸੈਪਟੈਂਬਰ ਇਨਟੇਕ
ਬੰਦ ਹੋ ਜਾਏਗਾ। ਹੁਣ ਸੈਪਟੈਂਬਰ ਇਨਟੇਕ ਆਲਰੇਡੀ ਕਾਫੀ ਯੂਨੀਵਰਸਿਟੀਆਂ ਸੀਟਾਂ ਭਰ ਚੁੱਕੀਆਂ ਨੇ, ਸਪੈਸ਼ਲੀ ਬਰਮਿੰਗਮ ਤੇ ਲੰਡਨ ਵਾਲੇ ਪਾਸੇ। ਜੇ ਤੁਸੀਂ ਸੈਪਟੈਂਬਰ ਇਨਟੇਕ ਔਰ ਅਕਤੂਬਰ ਇਨਟੇਕ ਅਪਲਾਈ ਕਰਨਾ ਚਾਹੁੰਦੇ ਹੋ, ਡੀ ਮੌਨਫੋਰਡ ਯੂਨੀਵਰਸਿਟੀ, ਕੋਵੈਂਟਰੀ ਯੂਨੀਵਰਸਿਟੀ, ਯੂਨੀਵਰਸਿਟੀ ਆਫ ਵੈਸਟ ਆਫ ਸਕਾਟਲੈਂਡ, ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਸੀਟਾਂ ਅਵੇਲੇਬਲ ਨੇ, ਜੋ ਤੁਸੀਂ ਆਪਣੀ ਐਲੀਜੀਬਿਲਿਟੀ ਚੈੱਕ ਕਰਾ ਕੇ ਇਹਨਾਂ ਵਿੱਚ ਅਪਲਾਈ ਕਰ ਸਕਦੇ ਹੈਗੇ ਹੋ। ਇੰਟਰਵਿਊ ਬੜਾ ਇੱਕ ਇੰਪੋਰਟੈਂਟ ਪਾਰਟ ਹੈ। ਇੰਟਰਵਿਊ ਤੋਂ ਛੁਟਕਾਰਾ ਨਹੀਂ ਮਿਲਣਾ, ਕਿਉਂਕਿ ਜੇ ਯੂਨੀਵਰਸਿਟੀ ਇੰਟਰਵਿਊ ਨਹੀਂ ਲੈਂਦੀ, ਹਾਈ ਕਮਿਸ਼ਨ ਕਿਸੇ ਵੀ ਟਾਈਮ ਲੈ ਸਕਦੀ ਹੈ। ਜੇ ਕੋਈ ਹੋਰ ਬੰਦਾ ਇੰਟਰਵਿਊ ਤੁਹਾਡੇ ਬਿਹਾਫ 'ਤੇ ਦਿੰਦਾ ਹੈ ਤਾਂ ਧਿਆਨ ਰੱਖਣਾ, ਬੈਨ ਤੁਹਾਡਾ ਲੱਗਣਾ ਹੈ, ਕਿਸੇ ਹੋਰ ਦਾ ਬੈਨ ਨਹੀਂ ਲੱਗਣਾ। ਤਾਂ ਆਪਣੀ ਪ੍ਰੋਫਾਈਲ ਤੇ ਆਪਣੇ ਪਾਸਪੋਰਟ ਤੇ ਆਪਣੇ ਕਾਗਜ਼ਾਂ ਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਜੇ ਕੋਈ ਇਹੋ ਜਿਹਾ ਕਦਮ ਚੱਕਦੇ ਹੈਗੇ ਹੋ ਤਾਂ। ਸਿੱਧੇ ਰਸਤੇ ਜਦ ਆਪਸ਼ਨਸ ਅਵੇਲੇਬਲ ਹੈ ਤੇ ਇੱਕ ਚੰਗੀ ਟ੍ਰੇਨਿੰਗ ਦੇ ਨਾਲ ਤੁਸੀਂ ਉਹਨੂੰ ਕੱਢ ਸਕਦੇ ਹੋ, ਚਾਹੇ ਉਹ ਇੰਟਰਵਿਊ ਦੀ ਗੱਲ ਹੋਵੇ, ਚਾਹੇ ਉਹ ਪ੍ਰੋਸੈਸਿੰਗ ਦੀ ਗੱਲ ਹੋਵੇ। ਤਾਂ ਬਹੁਤ ਸਾਰੇ ਹੈ ਜੇ ਕਈ ਸਾਰੇ ਤੁਹਾਡੇ ਸਵਾਲ ਜੇ ਹੈਗੇ ਦਿਮਾਗ ਦੇ ਵਿੱਚ ਐਂਡ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, 26 ਤਰੀਕ ਨੂੰ ਸੋਮਵਾਰ ਨੂੰ ਮੈਂ ਅੰਮ੍ਰਿਤਸਰ ਆਫਿਸ ਦੇ ਵਿੱਚ ਮਿਲਾਂਗਾ, 27 ਤਰੀਕ ਨੂੰ ਮੋਗਾ ਆਫਿਸ ਦੇ ਵਿੱਚ ਮਿਲਾਂਗਾ, 28 ਤਰੀਕ ਨੂੰ ਚੰਡੀਗੜ੍ਹ ਆਫਿਸ ਦੇ ਵਿੱਚ ਤੇ 29 ਤਰੀਕ ਨੂੰ ਅੰਬਾਲਾ ਆਫਿਸ ਦੇ ਵਿੱਚ ਮਿਲਾਂਗਾ। ਆਪਣੇ ਬਹੁਤ ਸਾਰੇ ਸਵਾਲ ਤੇ ਆਪਣੀ ਪ੍ਰੋਫਾਈਲ ਨੂੰ ਅਸੈਸ ਕਰਾਉਣ ਲਈ ਮੈਨੂੰ ਅਗਲੇ ਹਫਤੇ ਮਿਲੋ।